Next है जी वैल्यू चेन एनालिसिस। द आइडिया ऑफ वैल्यू चेन एनालिसिस वाज फर्स्ट सजेस्टेड बाय मैशल पॉटर इन 1985 इन हिज बुक कॉम्पिटिटिव एडवांटेज। ये तो वैसे ही डेफिनेशन वगैरह दी हुई है। इट इज़ द वैल्यू एडेड क्रिएटेड बाय द ऑर्गेनाइजेशन टुवर्ड्स द प्रोडक्ट एंड सर्विसेज। वैल्यू चेन एनालिसिस इज अ प्रोसेस बाय विच अ फर्म आइडेंटिफाई द प्राइमरी एंड सपोर्टिंग एक्टिविटीज दैट वैल्यू टू द फाइनल प्रोडक्ट। वैल्यू चेन एनालिसिस ਉਹੀ ਐਕਟੀਵਿਟੀਜ਼ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਕਿਹੜੀ ਪ੍ਰਾਇਮਰੀ ਐਕਟੀਵਿਟੀਜ਼ ਕਿਹੜੀਆਂ ਨੇ ਜਾਂ ਸੈਕੰਡਰੀ ਐਕਟੀਵਿਟੀਜ਼ ਕਿਹੜੀਆਂ ਨੇ ਜਿਹੜੀਆਂ ਪ੍ਰੋਡਕਟ ਦੀ ਵੈਲਿਊ ਨੂੰ ਕੀ ਕਰਦੀਆਂ ਨੇ ਐਡ ਕਰਦੀਆਂ। ਐਂਡ ਦੈਨ ਐਨਾਲਾਈਜ਼ ਥੀਸ ਐਕਟੀਵਿਟੀ ਟੂ ਰਿਡਿਊਸ ਦ ਕਾਸਟ ਐਂਡ ਇਨਕਰੀਜ਼ ਦ ਡਿਫਰੈਂਸ਼ੀਏਸ਼ਨ। ਬੇਸਿਕਲੀ ਵੈਲਿਊ ਚੇਨ ਐਨਾਲਿਸਿਸ ਕੀਤਾ ਕੀ ਜਾਂਦਾ ਤਾਂ ਕਿ ਜਿਹੜੀਆਂ ਅਨਨੈਸੈਸਰੀਜ਼ ਐਕਟੀਵਿਟੀਜ਼ ਨੇ ਆਪਾਂ ਉਹਨਾਂ ਨੂੰ ਕੀ ਕਰ ਸਕੀਏ, ਡਿਲੀਟ ਕਰ ਸਕੀਏ। ਠੀਕ ਹੈ, ਸੋ ਇਹਦੇ 'ਚ ਬੇਸਿਕਲੀ ਸਟੈਪ ਇਹਦੇ 'ਚ ਕੀ ਆ ਕਿ ਆਪਾਂ ਪ੍ਰਾਇਮਰੀ ਅਤੇ ਸਪੋਰਟਿੰਗ ਐਕਟੀਵਿਟੀਜ਼ ਨੂੰ ਪਹਿਲਾਂ ਡਿਟਰਮਾਈਨ ਕਰਾਂਗੇ ਅਤੇ ਉਹਦੇ ਵਿੱਚੋਂ ਫਿਰ ਜਿਹੜੀਆਂ ਅਨਨੈਸੈਸਰੀਜ਼ ਐਕਟੀਵਿਟੀਜ਼ ਆ ਉਹਨਾਂ ਨੂੰ ਆਪਾਂ ਕੀ ਕਰ ਦਾਂਗੇ, ਡਿਲੀਟ ਕਰ ਦਾਂਗੇ। ਠੀਕ ਹੈ ਨਾ, ਕਲੀਅਰ ਹੋ ਗਿਆ। ਜਿਹੜੀਆਂ ਸਿਰਫ ਵੈਲਿਊ ਐਡ ਕਰਨੀਆਂ ਹੋਊ। ਹੁਣ ਟਾਈਪਸ ਆਫ ਵੈਲਿਊ ਚੇਨ ਕੀ ਹੁੰਦਾ, ਮੈਨੂਫੈਕਚਰਿੰਗ ਬੇਸ ਕਿ ਜਿਹੜੀਆਂ ਆਪਾਂ ਐਨਾਲਿਸਿਸ ਕਰਨਾ ਵਾ ਉਹ ਮੈਨੂਫੈਕਚਰਿੰਗ ਬੇਸਡ ਹੋ ਸਕਦਾ, ਸਰਵਿਸ ਬੇਸ ਹੋ ਸਕਦਾ, ਬੋਥ। ਹਾਂਜੀ, ਹੁਣ ਇਹਦੇ 'ਚ ਕੀ ਆ ਵੈਲਿਊ ਚੇਨ ਐਨਾਲਿਸਿਸ ਦੇ ਵਿੱਚ, ਦੇਖੋ ਇੱਕ ਇਹਦਾ ਕੋਸਟ ਐਡਵਾਂਟੇਜਿਸ ਆ। ਕੀ ਹੁੰਦਾ ਵਾ ਕਿ ਜਿਹੜੀਆਂ ਐਕਟੀਵਿਟੀਜ਼ ਸਿਮਿਲਰ ਆ ਉਹਨਾਂ ਨੂੰ ਇਕੱਠਾ ਕਰ ਦੇਣਾ, ਜਿਹੜਾ ਪ੍ਰੋਡਕਟ ਤਾਂ ਕਿ ਜਿਹੜਾ ਪ੍ਰੋਡਕਟ ਆ ਐਟ ਲੋਅਰ ਕੋਸਟ 'ਤੇ ਬਣੇ, ਅਤੇ ਡਿਫਰੈਂਸ਼ੀਏਸ਼ਨ ਉਹਨਾਂ ਨੂੰ ਅਲੱਗ ਕਰ ਦੇਣਾ ਜਿਨ੍ਹਾਂ ਦਾ ਹਾਇਰ ਪ੍ਰਾਈਸ ਹੈਗਾ ਫॉर ਯੂਨੀਕ ਪ੍ਰੋਡਕਟ। ਮੇਰੇ ਕਹਿਣ ਦਾ ਮਤਲਬ ਇਹਦਾ ਕੀ ਆ ਕਿ ਜਿਹੜੀਆਂ ਸੇਮ ਐਕਟੀਵਿਟੀਜ਼ ਸਿਮਿਲਰ ਨੇ ਉਹਨਾਂ ਨੂੰ ਇਕੱਠਾ ਕਰ ਦੇਣਾ ਤਾਂ ਕਿ ਪ੍ਰੋਡਕਟ ਦੀ ਕੋਸਟ ਘੱਟ ਬਣੇ, ਅਤੇ ਜਿਹੜੀਆਂ ਯੂਨੀਕ ਨੇ ਜਾਂ ਪ੍ਰੋਡਕਟ ਯੂਨੀਕ ਬਣਾਉਣਾ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਦੇਣਾ ਜਿਨ੍ਹਾਂ ਦਾ ਪ੍ਰਾਈਸ ਹਾਈ ਹੈ, ਜਿਨ੍ਹਾਂ ਨੂੰ ਆਪਾਂ ਮਹਿੰਗਾ ਵੇਚੂ। ਕਹਿੰਦਾ ਅ ਵੈਲਿਊ ਚੇਨ ਇਜ਼ ਅ ਚੇਨ ਆਫ ਐਕਟੀਵਿਟੀ ਦੈਟ ਅ ਫਰਮ ਪਰਫੋਰਮਸ ਇਨ ਆਰਡਰ ਟੂ ਡਿਲੀਵਰ ਏ ਵੈਲਿਊ ਪ੍ਰੋਡਕਟ ਔਨ ਸਰਵਿਸ ਫॉर ਦ ਪ੍ਰੋਡਕਟ। ਬੇਸਿਕਲੀ ਐਨਾਲਿਸਿਸ ਕਿਉਂ ਕੀਤਾ ਜਾਂਦਾ ਤਾਂ ਕਿ ਆਪਾਂ ਇੱਕ ਵਧੀਆ ਪ੍ਰੋਡਕਟ ਹੈ ਜਿਹੜਾ ਮਾਰਕੀਟ ਦੇ ਵਿੱਚ ਪ੍ਰੋਵਾਈਡ ਕਰੀਏ ਐਟ ਅਫੋਰਡੇਬਲ ਪ੍ਰਾਈਸ। ਦ ਵੈਲਿਊ ਚੇਨ ਐਨਾਲਿਸਿਸ ਲੁਕਡ ਐਟ ਐਵਰੀ ਸਟੈਪ ਅ ਬਿਜ਼ਨਸ ਗੋਜ਼ ਥਰੂ ਫਰੋਮ ਰॉ ਮਟੀਰੀਅਲ ਟੂ ਐਂਡ ਯੂਜ਼ਰ। ਇਹਦੇ ਵਿੱਚ ਸਾਰੇ ਪ੍ਰੋਸੈਸ ਨੂੰ ਐਨਾਲਾਈਜ਼ ਕੀਤਾ ਜਾਂਦਾ ਰॉ ਮਟੀਰੀਅਲ ਤੋਂ ਲੈ ਕੇ ਫਿਨਿਸ਼ ਪ੍ਰੋਡਕਟ ਬਣਨ ਤੱਕ। ਦ ਗੋਲ ਇਜ਼ ਟੂ ਡਿਲੀਵਰ ਮੈਕਸਿਮਮ ਵੈਲਿਊ ਫॉर ਦ ਲੋਐਸਟ ਕਾਸਟ। ਮੇਨ ਪਰਪਸ ਸਾਡਾ ਕੀ ਹੁੰਦਾ ਕਿ ਆਪਾਂ ਮੈਕਸਿਮਮ ਵੈਲਿਊ ਪ੍ਰੋਵਾਈਡ ਕਰੀਏ ਕਸਟਮਰ ਨੂੰ ਵਿਦ ਲੋਐਸਟ ਕਾਸਟ, ਘੱਟ ਪੈਸੇ ਲੈ ਕੇ ਉਹਨੂੰ ਵਧੀਆ ਪ੍ਰੋਡਕਟ ਪ੍ਰੋਵਾਈਡ ਕਰੀਏ। ਇਹਦੇ 'ਚ ਕਿਹੜੇ ਕਿਹੜੇ ਵੈਲਿਊ ਚੇਨ ਮਾਡਲ ਆ, ਮਤਲਬ ਮਾਡਲ ਤੋਂ ਇੱਕ ਤਰ੍ਹਾਂ ਨਾਲ ਇਹਦੇ ਸਟੈਪਸ ਕਲੀਅਰ ਹੁੰਦੇ ਨੇ। ਜਿੱਦਾਂ ਸਭ ਤੋਂ ਪਹਿਲਾਂ ਇਹਦਾ ਇਨਫਰਾਸਟਰਕਚਰ, ਇਹਦੇ 'ਚ ਆਉਂਦਾ ਇਨਫਰਾਸਟਰਕਚਰ, ਹਿਊਮਨ ਰਿਸੋਰਸ। ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਇਨਫਰਾਸਟਰਕਚਰ ਹੀ ਬਣਾਉਣਾ ਹੁੰਦਾ ਤਾਂ ਹੀ ਪ੍ਰੋਡਕਟ ਬਣੂਗਾ, ਸਮਝ ਗਏ ਨਾ। ਇਹ ਬੇਸਿਕਲੀ ਕਰ ਰਹੇ ਨੇ ਕਿ ਕਿਹੜੀਆਂ ਐਕਟੀਵਿਟੀਜ਼ ਪ੍ਰਾਇਮਰੀ ਨੇ ਅਤੇ ਕਿਹੜੀਆਂ ਕੀ ਨੇ ਸੈਕੰਡਰੀ ਨੇ। ਜਿੱਦਾਂ ਇਨਫਰਾਸਟਰਕਚਰ, ਹਿਊਮਨ ਰਿਸੋਰਸ ਚਾਹੀਦੇ ਨੇ, ਟੈਕਨੋਲੋਜੀਕਲ ਡਿਵੈਲਪਮੈਂਟ, ਰॉ ਮਟੀਰੀਅਲ ਪ੍ਰੋਕਿਓਰ ਕਰਨਾ, ਠੀਕ ਹੈ ਨਾ। ਉਸ ਤੋਂ ਬਾਅਦ ਇਨਬਾਊਂਡ ਲੌਜਿਸਟਿਕ ਆਪਰੇਸ਼ਨਸ ਕਰਨੇ, ਆਊਟਬਾਊਂਡ ਲੌਜਿਸਟਿਕ, ਸੇਲਸ ਐਂਡ ਮਾਰਕੀਟਿੰਗ ਸਰਵਿਸ, ਇਹ ਸਾਰੀਆਂ ਪ੍ਰਾਇਮਰੀ ਐਕਟੀਵਿਟੀਜ਼ ਨੇ ਰਾਜੇ, ਸਮਝ ਗਏ ਨਾ ਮੇਰੀ ਗੱਲ। ਠੀਕ ਹੈ, ਪ੍ਰਾਇਮਰੀ ਐਕਟੀਵਿਟੀਜ਼ ਆਰ ਦੋਜ਼ ਵਿਚ ਆਰ ਇਨਵੋਲਵਡ ਇਨ ਦ ਕ੍ਰੀਏਸ਼ਨ, ਸੇਲ ਐਂਡ ਟ੍ਰਾਂਸਫਰ ਆਫ ਪ੍ਰੋਡਕਟ। ਇਨਬਾਊਂਡ ਲੌਜਿਸਟਿਕ, ਇਟ ਇਜ਼ ਕੰਸਰਨਡ ਵਿਦ ਰਿਸੀਵਿੰਗ, storing, distributing inputs, for example handling of raw material on a warehouse। inbound ਮਤਲਬ ਕਿ ਤੁਸੀਂ ਸਾਂਭ ਕੇ ਕਿਵੇਂ ਰੱਖਣਾ ਵਾ, what will be your inventory control level, ਇਹ ਸਾਰੀਆਂ ਚੀਜ਼ਾਂ ਦੇ ਚੱਲ। ਕਹਿਣ ਦਾ ਮਤਲਬ what I want to say ਕਿ ਆਹ ਜਿਹੜਾ ਉੱਪਰ ਤੁਹਾਨੂੰ ਚਾਰਟ ਬਣਿਆ ਹੋਇਆ ਵਾ ਇਹ ਸਾਰਾ ਪ੍ਰਾਇਮਰੀ ਐਕਟੀਵਿਟੀਜ਼ ਦਾ, ਠੀਕ ਹੈ ਨਾ। ਉੱਪਰ ਵਾਲਾ ਆਹ ਦੇਖੋ ਇਨਬਾਊਂਡ ਲੌਜਿਸਟਿਕ ਆਪਰੇਸ਼ਨਸ, ਆਊਟਬਾਊਂਡ ਸੇਲਸ ਐਂਡ ਮਾਰਕੀਟਿੰਗ, ਅਤੇ ਜਿਹੜਾ ਉੱਪਰ ਵਾਲਾ ਵਾ ਉਹ ਸਪੋਰਟਿੰਗ ਐਕਟੀਵਿਟੀਜ਼। ਠੀਕ ਹੈ ਨਾ, ਨੋ ਡਾਊਟ ਜਿਹੜਾ ਪ੍ਰੋਡਕਟ ਨਾਲ ਰਿਲੇਟਡ ਚੀਜ਼ਾਂ ਨੇ ਉਹ ਪ੍ਰਾਇਮਰੀ ਨੇ, ਜਿਹੜੀਆਂ ਉੱਪਰ ਵਾਲੀਆਂ ਇਨਫਰਾਸਟਰਕਚਰ ਹੋ ਗਿਆ, ਹਿਊਮਨ ਰਿਸੋਰਸ ਰੱਖਣੇ ਹੋ ਗਿਆ, ਟੈਕਨੋਲੋਜੀਕਲ ਡਿਵੈਲਪਮੈਂਟ ਹੋ ਗਿਆ, ਪ੍ਰੋਕਿਓਰਮੈਂਟ ਹੋ ਗਿਆ, ਇਹ ਸਪੋਰਟਿੰਗ ਐਕਟੀਵਿਟੀ ਨੋ ਡਾਊਟ ਇਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ, ਲੇਕਿਨ ਮੇਨ ਤਾਂ ਅਸੀਂ ਪ੍ਰੋਡਕਟ ਬਣਾਉਣਾ ਇਹ ਚੀਜ਼। ਉਸ ਤੋਂ ਬਾਅਦ ਆਪਰੇਸ਼ਨਸ, ਦ ਐਕਟੀਵਿਟੀਜ਼ ਵਿਚ ਆਰ ਕੰਸਰਨਡ ਵਿਦ ਕਨਵਰਟਿੰਗ ਇਨਪੁਟ ਇਨਟੂ ਫਾਈਨਲ ਪ੍ਰੋਡਕਟ ਦੈਟ ਇਜ਼ ਦ ਮੈਨੂਫੈਕਚਰਿੰਗ ਆਫ ਦ ਪ੍ਰੋਡਕਟ। ਇਹ ਮੇਨ ਐਕਟੀਵਿਟੀ ਹੈ ਜਿਸ 'ਚ ਪ੍ਰੋਡਕਸ਼ਨ ਆ ਜਾਂਦੀ ਹੈ, ਅਸੈਂਬਲਿੰਗ ਆ ਜਾਂਦੀ, ਪੈਕੇਜਿੰਗ। ਆਊਟਬਾਊਂਡ, ਇਹ ਬੇਸਿਕਲੀ ਰਾਜੇ ਸਾਰੀਆਂ ਐਕਟੀਵਿਟੀਜ਼ ਨੂੰ ਥੱਲੇ ਐਕਸਪਲੇਨ ਕਰਦਾ ਪਿਆ ਜਿਹੜੀਆਂ ਪ੍ਰਾਇਮਰੀ। ਆਊਟਬਾਊਂਡ ਲੌਜਿਸਟਿਕ, ਇਟ ਇਨਕਲੂਡ ਕਲੈਕਟਿੰਗ, ਸਟੋਰਿੰਗ, ਡਿਸਟਰੀਬਿਊਸ਼ਨ ਪ੍ਰੋਡਕਟ ਟੂ ਦ ਬਾਇਰ, ਫॉर ਐਗਜ਼ਾਮਪਲ ਪ੍ਰੋਸੈਸਿੰਗ ਆਫ ਆਰਡਰਸ, ਵੇਅਰ ਹਾਊਸਿੰਗ ਆਫ ਫਿਨਿਸ਼ ਪ੍ਰੋਡਕਟ। ਦੇਖੋ ਜੀ ਉਹਦੇ 'ਚ ਜਿਹੜਾ ਇਨਬਾਊਂਡ ਲੌਜਿਸਟਿਕ ਸੀਗਾ ਉਹਦੇ ਵਿੱਚ ਆਪਾਂ ਰॉ ਮਟੀਰੀਅਲ ਦੀ ਕਰਦੇ ਹਾਂ ਵੇਅਰ ਹਾਊਸਿੰਗ, ਇਹਦੇ ਵਿੱਚ ਪ੍ਰੋਡਕਟ ਬਣਨ ਤੋਂ ਬਾਅਦ ਜਿਹੜਾ ਪ੍ਰੋਡਕਟ ਫਿਨਿਸ਼ ਬਣ ਗਿਆ ਹੁੰਦਾ ਉਹਦੀ ਵੇਅਰ ਹਾਊਸਿੰਗ ਹੁੰਦੀ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਮਾਰਕੀਟਿੰਗ ਐਂਡ ਸੇਲਸ,
ਮਾਰਕੀਟਿੰਗ ਐਂਡ ਸੇਲ ਦੇ ਵਿੱਚ ਕੀ ਹੁੰਦਾ, ਇਟ ਇਨਕਲੂਡਸ ਦ ਐਕਟੀਵਿਟੀਜ਼ ਕੰਸਰਨ ਵਿਦ ਦ ਆਈਡੈਂਟੀਫਿਕੇਸ਼ਨ ਆਫ ਦ ਕਸਟਮਰ ਨੀਡ ਐਂਡ ਜਨਰੇਸ਼ਨ ਆਫ ਸੇਲ। ਫੋਰ ਐਗਜ਼ਾਮਪਲ ਐਡਵਰਟਾਈਜ਼ਮੈਂਟ, ਪ੍ਰਮੋਸ਼ਨ, ਇਹ ਵੀ ਮੇਨ ਕੰਮ ਆ ਜੀ। ਇਸ ਤੋਂ ਬਿਨਾਂ ਇਹਨਾਂ ਨੇ ਬੇਸਿਕਲੀ ਪ੍ਰਾਇਮਰੀ ਐਕਟੀਵਿਟੀਜ਼ ਨੂੰ ਇਹ ਐਕਸਪਲੇਨ ਕਰਦੇ ਪਏ। ਇਟ ਇਨਵੋਲਵ, ਉਸ ਤੋਂ ਬਾਅਦ ਸਰਵਿਸ, ਇਟ ਇਨਵੋਲਵ ਹਾਊ ਟੂ ਮੇਨਟੇਨ ਦ ਵੈਲਿਊ ਆਫ ਪ੍ਰੋਡਕਟ ਐਂਡ ਆਫਰ ਇਟ ਇਜ਼ ਟੂ ਬੀ ਪਰਚੇਜ਼। ਇਹ ਨਹੀਂ, ਇਹਦੇ ਵਿੱਚ ਇਹ ਹੁੰਦਾ ਰਾਜੇ ਕਿ ਪ੍ਰੋਡਕਟ ਬਣਾ ਕੇ ਸਿਰਫ ਵੇਚਣਾ ਨਹੀਂ ਹੈਗਾ, ਆਫਟਰ ਸੇਲ ਸਰਵਿਸ ਵੀ ਦੇਣੀ, ਠੀਕ ਹੈ। ਜਿੱਦਾਂ ਇੰਸਟਾਲੇਸ਼ਨ, ਰਿਪੇਅਰ, ਉਹੀ ਆਫਟਰ ਸੇਲ ਸਰਵਿਸ। ਉਸ ਤੋਂ ਬਾਅਦ ਹੁਣ ਆ ਗਈਆਂ ਜੀ, ਇਹ ਸੀਗੀਆਂ ਪ੍ਰਾਇਮਰੀ ਐਕਟੀਵਿਟੀਜ਼। ਸਪੋਰਟਿਵ ਦੇ ਵਿੱਚ ਪਹਿਲਾਂ ਸੀਗਾ ਇਨਫਰਾਸਟਰਕਚਰ, ਕਿ ਮੈਨੇਜਮੈਂਟ, ਫਾਈਨਾਂਸ ਕਿੱਥੋਂ ਅਰੇਂਜ ਹੋਊਗਾ, ਇਹ ਸਾਰੀਆਂ ਚੀਜ਼ਾਂ ਇਨਫਰਾਸਟਰਕਚਰ 'ਚ ਹੈ। ਫਿਰ ਹਿਊਮਰਸ, ਕਿ ਬੰਦੇ ਕਿਹੜੇ ਹਾਇਰ ਕੀਤੇ ਜਾਣਗੇ, ਉਹਨਾਂ ਦੀ ਰਿਕਰੂਟਮੈਂਟ ਪੋਲਿਸੀ ਕੀ ਹੋਊਗੀ, ਪ੍ਰਮੋਸ਼ਨ, ਡਿਮੋਸ਼ਨ, ਇਹ ਉਹਨਾਂ ਨੂੰ ਸੈਲਰੀ ਕਿੰਨੀ ਦਿੱਤੀ ਜਾਊਗੀ। ਦੈਨ ਟੈਕਨੋਲੋਜੀਕਲ ਡਿਵੈਲਪਮੈਂਟ, ਇਹਦੇ ਵਿੱਚ ਕੀ ਆ ਕਿ ਕਿੰਨੇ ਪ੍ਰੋਸੈਸ ਇਨਵੋਲਵ ਹੋਣਗੇ ਟੂ ਮੇਕਿੰਗ ਦਾ ਪ੍ਰੋਡਕਟ, ਕੀ ਟੈਕਨੋਲੋਜੀ ਯੂਜ਼ ਕਰਾਂਗੇ। ਤੀਜਾ ਹੁੰਦਾ ਰॉ ਮਟੀਰੀਅਲ ਦੀ ਪ੍ਰੋਕਿਉਰਮੈਂਟ, ਕਿ ਕਿਵੇਂ ਪ੍ਰੋਡਕਟ ਆਪਾਂ ਰॉ ਮਟੀਰੀਅਲ ਖਰੀਦਾਂਗੇ, ਆਪਾਂ ਮੇਕ ਕਰਾਂਗੇ, ਬਾਏ ਕਰਾਂਗੇ, ਇਹ ਸਾਰੀਆਂ ਚੀਜ਼ਾਂ ਆ। ਸਮਝ ਆ ਗਿਆ ਰਾਜੇ। ਇਹ ਐਕਟੀਵਿਟੀਜ਼ ਇਹਨਾਂ ਨੇ ਵੰਡਤੀਆਂ ਦੋ, ਪ੍ਰਾਇਮਰੀ ਤੇ ਸੈਕੰਡਰੀ। ਹੁਣ ਇਹਦੀਆਂ ਸਟੈਪਸ ਆ ਗਿਆ। ਵੈਸੇ ਉੱਪਰ ਵਾਲੇ ਰਾਜੇ ਇਹਦੇ ਐਲੀਮੈਂਟਸ ਕਹਿ ਸਕਦੇ ਕਿ ਵੈਲਿਊ ਚੇਨ ਐਨਾਲਿਸਿਸ 'ਚ ਆਪਾਂ ਐਨਾਲਿਸਿਸ ਕਿਹਦਾ ਕੀਤਾ ਜਾਂਦਾ। ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਹੁਣ ਸਟੈਪਸ ਦੇ ਵਿੱਚ ਆਈਡੈਂਟੀਫਾਈ ਦ ਫਾਰਮਸ ਵੈਲਿਊ ਚੇਂਜ ਐਕਟੀਵਿਟੀਜ਼, ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਪ੍ਰਾਇਮਰੀ ਤੇ ਸੈਕੰਡਰੀ। ਅਸਾਈਨ ਦ ਕਾਸਟ ਰੈਵਨਿਊ ਟੂ ਥੀਸ ਐਕਟੀਵਿਟੀਜ਼, ਆਈਡੈਂਟੀਫਾਈ ਦ ਕਾਸਟ ਡਰਾਈਵਰਸ, ਐਸਟੈਬਲਿਸ਼ ਦ ਲਿੰਕ ਬਿਟਵੀਨ ਦ ਐਕਟੀਵਿਟੀਜ਼, ਆਈਡੈਂਟੀਫਾਈ ਦ ਕੋਰ ਐਕਟੀਵਿਟੀਜ਼ ਜਿਹੜੀਆਂ ਮੇਨ ਨੇ, ਡੈਵਲਪ ਦਾ ਸਟ੍ਰੈਟਜੀ ਫॉर ਕੰਪੀਟੀਟਿਵ ਐਜ, ਕੰਪੀਟੀਸ਼ਨ ਵਾਸਤੇ ਸਟ੍ਰੈਟਜੀ ਬਣਾਉਣਾ, ਆਈਡੈਂਟੀਫਾਈ ਦਾ ਕਸਟਮਰ ਵੈਲਿਊ ਚੇਂਜ, ਕੀ ਕਸਟਮਰ ਕਿੰਨੀ ਕੁ ਵੈਲਿਊ ਪੇ ਕਰ ਸਕਦਾ, ਉਹ ਆਈਡੈਂਟੀਫਾਈ ਕਰਨਾ, ਇਵੈਲੂਏਟ ਦਾ ਕਸਟਮਰ ਵੈਲਿਊ ਐਨਹਾਂਸਿਸ ਸਟ੍ਰੈਟਜੀਜ਼, ਫਿਰ ਕਸਟਮਰ ਹੋਰ ਵਧਾਉਣ ਵਾਸਤੇ ਪ੍ਰੋਪਰ ਸਟ੍ਰੈਟਜੀਜ਼ ਬਣਾਉਣਾ। ਸੋ ਜਿਹੜੇ ਇਹਦੇ ਸਟੈਪਸ ਆ, ਸਭ ਤੋਂ ਪਹਿਲਾਂ ਤਾਂ ਇਹ ਡਿਸਾਈਡ ਕੀਤਾ ਜਾਂਦਾ ਕਿ ਸਾਡੀਆਂ ਵੈਲਿਊ ਚੇਨ ਐਕਟੀਵਿਟੀਜ਼ ਕਿੰਨੇ ਤਰ੍ਹਾਂ ਦੀਆਂ ਨੇ, ਕਿਹੜੀਆਂ ਨੇ। ਫਿਰ ਕਾਸਟ ਸੈਂਟਰ, ਮਤਲਬ ਉਹਨਾਂ 'ਚ ਕਿੰਨੀ ਕਾਸਟ ਇਨਵੋਲਵਡ ਆ, ਕਾਸਟ ਸੈਂਟਰ ਪਤਾ ਕੀਤੇ ਜਾਂਦੇ ਨੇ, ਫਿਰ ਉਹਨਾਂ 'ਚ ਲਿੰਕ ਬਿਠਾਇਆ ਜਾਂਦਾ ਐਕਟੀਵਿਟੀਜ਼ ਦੇ ਵਿੱਚ, ਠੀਕ ਹੈ। ਫਿਰ ਸਟ੍ਰੈਟਜੀ ਬਣਾਈ ਜਾਂਦੀ ਆ ਕੰਪੀਟੀਸ਼ਨ ਨੂੰ ਬੀਅਰ ਕਰਨ ਵਾਸਤੇ, ਕਸਟਮਰ ਦੇ ਵੈਲਿਊ ਚੇਨ ਐਨਾਲਿਸਿਸ ਵਾਸਤੇ ਕਸਟਮਰ ਦਾ ਆਈਡੈਂਟੀਫਾਈ ਕੀਤਾ ਜਾਂਦਾ ਵੈਲਿਊ ਚੇਨ, ਕਿ ਕਸਟਮਰ ਕਿੰਨੀ ਵੈਲਿਊ ਪੇ ਕਰਨ ਲਈ, ਪ੍ਰੋਡਕਟ ਲਈ ਕਿੰਨਾ ਪ੍ਰਾਈਸ ਪੇ ਕਰਨ ਲਈ ਰੈਡੀ ਆ, ਉਹਦੇ ਅਕੋਰਡਿੰਗਲੀ। ਫਿਰ ਇਵੈਲੂਏਟ ਕੀਤੀ ਜਾਂਦੀ ਹੈ ਕਸਟਮਰ ਵੈਲਿਊ ਐਨਹਾਂਸਿੰਗ ਸਟ੍ਰੈਟਜੀ, ਮਤਲਬ ਕਸਟਮਰ ਨੂੰ ਆਪਾਂ ਕਿਵੇਂ ਵਧਾ ਸਕਦੇ ਹਾਂ, ਕਿਹੜੀਆਂ ਐਕਟੀਵਿਟੀਜ਼ ਦੇ ਵਿੱਚ ਸਾਨੂੰ ਜ਼ਿਆਦਾ ਪੈਸਾ। ਹੁਣ ਅੰਡਰਸਟੂਡ ਜੀ ਗੱਲ ਆ, ਜੇ ਕਸਟਮਰ ਨੂੰ ਵਧਾਉਣਾ ਵਾ ਦੈਨ ਸਾਨੂੰ ਐਡਵਰਟਾਈਜ਼ਮੈਂਟ 'ਤੇ ਕੰਮ ਜ਼ਿਆਦਾ। ਸੋ ਇਹਦੇ 'ਚ ਇਹ ਡਿਸਾਈਡ ਕਰਨਾ ਹਾਊ ਟੂ ਮੇਕ ਅ ਸਟ੍ਰੈਟਜੀ ਟੂ ਐਨਹਾਂਸ ਦਾ ਕਸਟਮਰ ਵੈਲਿਊ, ਠੀਕ ਹੈ। ਅਤੇ ਕਿਹੜੀ ਐਕਟੀਵਿਟੀਜ਼ ਸਾਨੂੰ ਪੈਸਾ ਲਾਉਣਾ ਚਾਹੁੰਦੇ। ਉਸ ਤੋਂ ਬਾਅਦ ਲਾਸਟ ਟੌਪਿਕ ਐਡਵਾਂਟੇਜਸ ਆਫ ਵੈਲਿਊ ਚੇਨ ਐਨਾਲਿਸਿਸ। ਇਹ ਹੈਲਪ ਕਰਦਾ ਵਾ ਕੰਪੀਟੀਸ਼ਨ ਐਡਵਾਂਟੇਜ, ਅਡੈਪਟਡ ਬਾਈ ਐਨੀ ਬਿਜ਼ਨਸ, ਚਾਹੇ ਵੱਡਾ ਚਾਹੇ ਛੋਟਾ, ਇਹਨੂੰ ਅਡੈਪਟ ਕਰ ਸਕਦਾ। ਇਹ ਕੰਪਨੀ ਦੀਆਂ ਵੀਕਨੈਸ ਅਤੇ ਸਟਰੈਂਥ ਦੱਸਦਾ ਵਾ। ਫਲੈਕਸੀਬਲ ਸਟ੍ਰੈਟਜੀ ਟੂਲ ਆ, ਅਤੇ ਇਕੋਨਮੀਜ਼ ਆਫ ਸਕੇਲ ਨੂੰ ਅਚੀਵ ਕਰਨ 'ਚ ਹੈਲਪ ਕਰਦਾ। ਇਕੋਨਮੀਜ਼ ਆਫ ਸਕੇਲ ਮਤਲਬ ਜਦੋਂ ਅਸੀਂ ਇਹਨੂੰ ਵੱਡੇ ਪੱਧਰ 'ਤੇ ਯੂਜ਼ ਕਰਦੇ ਹਾਂ ਤਾਂ ਸਾਨੂੰ ਕਈ ਕਾਸਟ ਬੈਨੀਫਿਟਸ ਮਿਲਦੇ ਨੇ, ਰਾਈਟ। ਡਿਸਐਡਵਾਂਟੇਜ ਕੀ ਆ, ਡਿਫੀਕਲਟ ਟੂ ਇੰਪਲੀਮੈਂਟ ਆ, ਟ੍ਰੈਡੀਸ਼ਨਲ ਕੋਸਟਿੰਗ ਤੋਂ ਅਲੱਗ ਆ ਥੋੜ੍ਹਾ ਜਿਹਾ, ਡਿਸੀਜ਼ਨ ਮੇਕਿੰਗ ਔਖੀ ਹੋ ਜਾਂਦੀ ਆ, ਲੋਕਾਂ 'ਚ ਅਵੇਅਰਨੈਸ ਹੀ ਨਹੀਂ ਹੈਗੀ ਇਹਨੂੰ ਯੂਜ਼ ਕਰਨ ਲਈ, ਨੌਲੇਜ ਵੀ ਨਹੀਂ ਹੈਗੀ, ਸਾਡੇ ਕੋਲ ਐਕਸਪਰਟ ਬੰਦੇ ਵੀ ਨਹੀਂ ਹੈਗੇ, ਅਤੇ ਆਲ ਮੈਨੇਜਰਸ ਇਹਨੂੰ ਰੈਸਿਸਟ ਕਰਦੇ ਨੇ ਕਿ ਅਸੀਂ ਇਹ ਯੂਜ਼ ਨਹੀਂ ਕਰਨਾ, ਰਾਈਟ। ਸੋ ਬੇਸਿਕਲੀ ਵੈਲਿਊ ਚੇਂਜ ਐਨਾਲਿਸਿਸ ਕੀ ਆ, ਵੈਲਿਊ ਚੇਂਜ ਐਨਾਲਿਸਿਸ ਹੈਗਾ ਵਾ ਰਾਜੇ ਕਿ ਆਪਾਂ ਮੇਨ ਐਕਟੀਵਿਟੀਜ਼ ਨੂੰ ਡਿਸਾਈਡ ਕਰਨਾ ਵਾ ਕਿ ਕਿਹੜੀਆਂ ਪ੍ਰਾਇਮਰੀ ਨੇ, ਕਿਹੜੀਆਂ ਸਪੋਰਟਿਵ ਨੇ, ਕਿਹੜੀਆਂ ਸਾਡੇ ਪ੍ਰੋਡਕਟ ਦੀ ਵੈਲਿਊ ਨੂੰ ਐਡ ਕਰ ਰਹੀਆਂ। ਫਿਰ ਉਸ ਅਕੋਰਡਿੰਗਲੀ ਜਿਹੜੀਆਂ ਅਨਨੈਸੈਸਰੀਜ਼ ਐਕਟੀਵਿਟੀਜ਼ ਆ ਉਹਨਾਂ ਨੂੰ ਡਿਲੀਟ ਕਰ ਦੇਣਾ, ਜਾਂ ਉਹਨਾਂ ਦੀ ਵੇਟੇਜ ਦੇ ਅਕੋਰਡਿੰਗਲੀ ਉਹਨਾਂ 'ਤੇ ਖਰਚਾ ਕਰਨਾ। ਜਿਹੜੀਆਂ ਪ੍ਰਾਇਮਰੀ ਨੇ ਉਹਨਾਂ 'ਤੇ ਜ਼ਿਆਦਾ, ਜਿਹੜੀਆਂ ਸੈਕੰਡਰੀਜ਼ ਨੇ ਜਾਂ ਸਪੋਰਟਿੰਗ ਨੇ ਉਹਨਾਂ 'ਤੇ ਘੱਟ। ਸਮਝ ਆ ਗਿਆ ਵੈਲਿਊ ਚੇਨ ਐਨਾਲਿਸਿਸ। ਥੈਂਕ ਯੂ।